ਪਿੱਛੇ ਇੱਕ ਗੁਰਮੁਖ ਪਿਆਰੇ ਨੇ ਪੁੱਛਿਆ ਸੀ, ਬਾਬਾ ਜੀ ਰਾਗ ਕੁਚੱਜੀ ਦੇ ਸ਼ਬਦ ਦੇ ਭਾਵ ਦੱਸਣ ਦੀ ਕਿਰਪਾਲਤਾ ਕਰੋ ਜੀ। ਇਹ ਰਾਗ ਨਹੀਂ ਹੈ ਕੁਚੱਜੀ, ਰਾਗ ਤੇ ਹੈ ਰਾਗ ਸੂਹੀ ਮਹੱਲਾ ਪਹਿਲਾ। ਕੁਚੱਜੀ ਕੁਚੱਜੀ ਸਿਰਲੇਖ ਹੇਠ ਕੁਛ ਕੁ ਸ਼ਬਦ ਉਚਾਰਨ ਕੀਤੇ ਹਨ। ਜਿਵੇਂ ਕੋਈ ਪੁਸਤਕ ਲਿਖਦਾ ਹੈ ਨਾ, ਅਗਰ ਭਗਤੀ ਤੇ ਲਿਖਦਾ ਹੈ, ਸਿਰਲੇਖ ਭਗਤੀ ਹੈ, ਤੋ ਭਗਤੀ ਭਾਵਨਾ ਹੀ ਸਿੱਧ ਕਰਦਾ ਹੈ ਉਹ ਪੁਸਤਕ ਦੇ ਅੰਦਰ। ਜੇ ਗਿਆਨ ਹੈ ਤੇ ਉਹ ਪੁਸਤਕ ਦੇ ਅੰਦਰ ਗਿਆਨ ਨੂੰ ਸਿੱਧ ਕਰਦਾ ਹੈ। ਜਿਹੜਾ ਵੀ ਸਿਰਲੇਖ ਹੁੰਦਾ ਹੈ ਨਾ, ਉਹ ਸਿਰਲੇਖ ਨੂੰ ਮੁੱਖ ਰੱਖ ਕੇ ਹੀ ਥੱਲੇ ਉਹ ਉਚਾਰਨ ਕੀਤਾ ਜਾਂਦਾ ਹੈ। ਇਹ ਕੁਚੱਜੀ ਸ਼ਬਦ ਹੈ ਪੁਰਾਣੀ ਭਾਸ਼ਾ ਦੇ ਵਿੱਚੋਂ। ਕੁਚੱਜੀ, ਸੁਚੱਜੀ ਉਹ ਸਮੇਂ ਜੋ ਆਮ ਸਾਧਾਰਨ ਲੋਕ ਭਾਸ਼ਾ ਵਰਤਦੇ ਸਨ ਨਾ, ਉਸੇ ਭਾਸ਼ਾ ਦੇ ਵਿੱਚ ਹੀ ਪ੍ਰਭੂ ਦੇ ਪਿਆਰਿਆਂ ਨੇ ਸਮਝਾਉਣਾ ਹੈ। ਹੁਣ ਜਿਹੜੀ ਭਾਸ਼ਾ ਤੁਸੀਂ ਜਾਣਦੇ ਹੋ, ਉਸੇ ਭਾਸ਼ਾ 'ਚ ਹੀ ਬੋਲਿਆ ਜਾਵੇਗਾ ਨਾ। ਅਜੋਕੇ ਸਮੇਂ ਦੇ ਵਿੱਚ ਇਹ ਸ਼ਬਦ ਨਹੀਂ ਵਰਤੇ ਜਾਂਦੇ ਹਨ। ਅਜੋਕੇ ਸਮੇਂ 'ਚ ਹੋਰ ਨਵੇਂ ਸ਼ਬਦ ਆ ਗਏ ਹਨ। ਅਜੋਕੇ ਸਮੇਂ 'ਚ ਪੰਜਾਬੀ ਤੇ ਹਿੰਦੀ ਭਾਸ਼ਾ ਦੇ ਵਿੱਚ ਬਹੁਤ ਸਾਰੇ ਅੰਗਰੇਜ਼ੀ ਦੇ ਸ਼ਬਦ ਆ ਰਹੇ ਹਨ। ਜਿਵੇਂ ਕੱਲ ਪਰਸੋਂ ਹੀ ਇੱਕ ਗੁਰਮੁਖ ਪਿਆਰੇ ਨੇ ਕਿਹਾ ਸੀ ਵੀ ਸੈਲਫ ਰਿਸਪੈਕਟ ਤੇ ਸਮਾਜ ਦੇ ਵਿੱਚ ਹੋਣੀ ਚਾਹੀਦੀ ਹੈ ਨਾ ਆਦਮੀ ਦੀ। ਹੰਕਾਰ ਤੇ ਨਹੀਂ, ਉਹ ਤੇ ਅਲੱਗਾ ਚੀਜ਼ ਹੋਈ। ਹੁਣ ਇਹ ਨਵਾਂ ਸ਼ਬਦ ਹੈ ਸੈਲਫ ਰਿਸਪੈਕਟ, ਹੈ ਉਹੋ ਹੀ ਚੀਜ਼। ਨਵੇਂ ਸ਼ਬਦ ਦੁਆਰਾ ਉਹ ਹੀ ਬਿਮਾਰੀ ਫੇਰ ਆ ਰਹੀ ਹੈ। ਪਰ ਸ਼ਬਦ ਨਵਾਂ ਹੈ, ਇਸ ਕਰਕੇ ਆਦਮੀ ਸੋਚਦਾ ਹੈ ਵੀ ਇਹ ਠੀਕ ਹੈ। ਤੇ ਪੜ੍ਹੇ ਲਿਖੇ ਸਮਝਾਉਂਦੇ ਵੀ ਹਨ ਵੀ ਆਪਣੀ ਰਿਸਪੈਕਟ ਤੇ ਹੋਣੀ ਹੀ ਚਾਹੀਦੀ। ਤੇ ਰਿਸਪੈਕਟ ਦਾ ਅਰਥ ਕੀ ਹੁੰਦਾ ਹੈ? ਇੱਜ਼ਤ, ਮਾਣ। ਮਾਨ ਮਨੇ ਮੁਰਵਰ ਗਲੇ, ਮਾਨ ਸਭੀ ਕੋ ਖਾਏ। ਵੀ ਮੇਰਾ ਮਾਣ ਹੋਣਾ ਚਾਹੀਦਾ ਹੈ, ਸਨਮਾਨ ਹੋਣਾ ਚਾਹੀਦਾ ਹੈ। ਜਾਂ ਮੈਂ ਆਪਣੀ ਰਿਸਪੈਕਟ ਕਰਾਉਣੀ ਹੈ, ਕਰਨੀ ਹੈ। ਕਿਉਂ ਕਰਨੀ ਹੈ ਆਪਣੀ ਰਿਸਪੈਕਟ? ਇਹਦਾ ਮਤਲਬ ਤੁਸੀਂ ਦੀਨਹੀਨ ਹੋ ਨਾ, ਅੰਦਰੋਂ ਆਪਣੇ ਆਪ ਨੂੰ ਸਮਝਦੇ, ਤਾਂ ਹੀ ਰਿਸਪੈਕਟ ਕਰਾ ਰਹੇ ਹੋ ਸਮਾਜ ਤੋਂ, ਲੋਕਾਂ ਕੋਲ। ਅਗਰ ਤੁਸੀਂ ਜਾਣਦੇ ਹੋ ਅੰਦਰੋਂ ਤੁਸੀਂ ਪ੍ਰਭੂ ਦੇ ਪੁੱਤਰ ਹੋ, ਤੇ ਰਿਸਪੈਕਟ ਕਿਉਂ ਕਰਾਉਣੀ ਹੈ? ਫਿਰ ਆਪਣੀ ਹੀ ਰਿਸਪੈਕਟ ਕਰਾਉਣੀ ਹੈ। ਤੁਸੀਂ ਚਲਾ ਰਹੇ ਹੋ ਸਰੀਰ ਨੂੰ, ਸੋਚੋ ਤੇ ਸਹੀ ਥੋੜ੍ਹਾ ਜਿਹਾ। ਜਿਹੜਾ ਚਲਾਉਣ ਵਾਲਾ ਹੈ, ਰਿਸਪੈਕਟ ਉਹਦੀ ਕਰੋ। ਰਿਸਪੈਕਟ ਕਰੋ ਪਰਮਾਤਮਾ ਦੀ। ਪਰਮਾਤਮਾ ਤੁਹਾਡੇ ਸਰੀਰ ਨੂੰ ਚਲਾ ਰਿਹਾ ਹੈ। ਅਗਰ ਉਹ ਨਾ ਚਲਾਵੇ ਤੇ ਫਿਰ ਤੁਸੀਂ ਰਿਸਪੈਕਟ ਕਰਾਈ ਜਾਓ। ਤਾਂ ਤੁਸੀਂ ਆਪਣੀ ਰਿਸਪੈਕਟ ਦਾ ਭਾਵ ਹੀ ਉਹ ਹੋਇਆ ਵੀ ਹੰਕਾਰ ਦੀ ਤ੍ਰਿਪਤੀ ਕਰਨੀ, ਆਪਣੀ ਇੱਜ਼ਤ ਕਰਾਉਣੀ ਹੈ ਸਮਾਜ ਵਿੱਚ, ਕੁਛ ਰੁਤਬਾ ਹਾਸਲ ਕਰਨਾ ਹੈ, ਕੁਛ ਲੋਕ ਜਾਣਨ ਮੈਂ ਕੌਣ ਹਾਂ, ਮੈਂ ਸੇਵਾਦਾਰ ਹਾਂ ਮਹਾਨ, ਪਰਉਪਕਾਰੀ ਹਾਂ। ਰਿਸਪੈਕਟ ਦਾ ਅਰਥ ਕੀ ਹੁੰਦਾ ਹੈ? ਇਹੋ ਹੀ ਕਿ ਮਾਣ ਸਨਮਾਨ ਹੋਵੇ ਤੇ ਆਪਣੀ ਕਰਾਉਣੀ ਹੈ। ਤੇ ਇੱਧਰ ਕਿਹਾ ਜਾ ਰਿਹਾ ਵੀ ਪਰਮਾਤਮਾ ਦੀ ਰਿਸਪੈਕਟ ਕਰਨੀ ਹੈ।
ਪਰਮਾਤਮਾ ਚਲਾ ਰਿਹਾ ਹੈ ਤੁਹਾਡੇ ਸਰੀਰ ਨੂੰ, ਪਰਮਾਤਮਾ ਚਲਾ ਰਿਹਾ ਹੈ ਸੰਸਾਰ ਨੂੰ। ਤੁਸੀਂ ਥੋੜ੍ਹੀ ਚਲਾ ਰਹੇ ਹੋ। ਤੁਸੀਂ ਕਰਤਾ ਬਣ ਬੈਠੇ, ਤੁਸੀਂ ਕਹਿੰਦੇ ਹੋ ਮੈਂ ਚਲਾ ਰਿਹਾ ਤੇ ਆਪਣੀ ਰਿਸਪੈਕਟ ਕਰਾਉਂਦੇ। ਇਹੋ ਹੀ ਤੇ ਹੰਕਾਰ ਹੈ। ਪਰਮਾਤਮਾ ਨੂੰ ਆਦਮੀ ਨੀਵਾਂ ਦਿਖਾ ਦਿੰਦਾ ਹੈ, ਆਪਣਾ ਆਪ ਉੱਚਾ ਬਣਾ ਲੈਂਦਾ ਹੈ, ਪ੍ਰਧਾਨ ਬਣ ਬਹਿੰਦਾ ਹੈ, ਗੁਰਦੁਆਰਿਆਂ ਦਾ ਪ੍ਰਧਾਨ। ਤੇ ਗੁਰੂ ਕੌਣ ਹੋਇਆ ਫਿਰ? ਆਪਣੀ ਰਿਸਪੈਕਟ ਕਰਾਉਂਦਾ ਹੈ ਆਦਮੀ। ਗੁਰੂ ਦੇ ਸਹਾਰੇ ਵੀ ਆਪਣੀ ਰਿਸਪੈਕਟ ਕਰਾ ਰਿਹਾ ਹੈ ਧਾਰਮਿਕ ਵਿਅਕਤੀ। ਤੇ ਸ਼ਬਦ ਨਵਾਂ ਹੈ, ਖਿਆਲ ਵਿੱਚ ਰੱਖੋ। ਹੁਣ ਗਾਹਾਂ ਤੋਂ ਗਾਹਾਂ ਪੰਜਾਬੀ ਤੇ ਹਿੰਦੀ ਦੇ ਵਿੱਚ ਬਹੁਤ ਸਾਰੇ ਅੰਗਰੇਜ਼ੀ ਦੇ ਸ਼ਬਦ ਆ ਰਹੇ ਹਨ, ਤਾਂ ਉਹਨਾਂ ਦਾ ਉਪਯੋਗ ਜ਼ਰੂਰੀ ਹੋ ਜਾਵੇਗਾ ਸਮਝਾਉਣ ਵਾਸਤੇ। ਮੈਂ ਵੀ ਕਦੇ ਕਦੇ ਕੋਈ ਸ਼ਬਦ ਵਰਤਦਾ। ਆਮ ਕਰਕੇ ਸ਼ਹਿਰਾਂ ਦੇ ਵਿੱਚ ਲੋਕ ਬਹੁਤ ਜ਼ਿਆਦਾ ਅੰਗਰੇਜ਼ੀ ਦੇ ਸ਼ਬਦ ਯੂਜ ਕਰ ਰਹੇ ਹਨ। ਯੂਜ ਸ਼ਬਦ ਵੀ ਅੰਗਰੇਜ਼ੀ ਦਾ ਹੀ ਹੈ। ਬਹੁਤ ਸ਼ਬਦ ਆਪਾਂ ਸਹਿਜ ਸੁਭਾਅ ਹੀ ਵਰਤ ਰਹੇ ਹਾਂ ਅੰਗਰੇਜ਼ੀ ਦੇ। ਤੇ ਇਵੇਂ ਹੀ ਅੰਗਰੇਜ਼ੀ ਦੇ ਸ਼ਬਦ ਆਈ ਜਾਣਗੇ ਭਾਸ਼ਾ ਦੇ ਵਿੱਚ, ਤੇ ਭਾਸ਼ਾ ਬਦਲਦੀ ਰਹਿੰਦੀ। ਭਾਸ਼ਾ ਇਉਂ ਹੀ ਬਦਲਦੀ ਹੈ ਨਾ। ਗੁਰੂ ਸਾਹਿਬ ਜੀ ਦੇ ਟਾਈਮ ਫਾਰਸੀ ਦੇ ਸ਼ਬਦ ਜ਼ਿਆਦਾ ਸਨ ਭਾਸ਼ਾ ਦੇ ਵਿੱਚ, ਫਿਰ ਉਰਦੂ ਦੇ ਸ਼ਬਦ ਆ ਗਏ ਭਾਸ਼ਾ ਦੇ ਵਿੱਚ, ਹੁਣ ਹੌਲੀ ਹੌਲੀ ਅੰਗਰੇਜ਼ੀ ਦੇ ਸ਼ਬਦ ਆ ਰਹੇ। ਤੇ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨਾਂ ਨੇ ਪੰਜਾਬੀ ਜਿਹੜੇ ਠੇਠ ਸ਼ਬਦ ਹਨ, ਜਿਵੇਂ ਆ ਕੁਚੱਜੀ ਹੈ, ਸੁਚੱਜੀ ਹੈ, ਸਮਝਣਾ ਹੀ ਨਹੀਂ ਹੈ। ਬਹੁਤ ਸਾਰੇ ਸ਼ਬਦ ਸਮਝਣਗੇ ਹੀ ਨਹੀਂ, ਉਹਨਾਂ ਨੂੰ ਅੰਗਰੇਜ਼ੀ ਦੇ ਸ਼ਬਦ ਸਮਝ ਵਿੱਚ ਆਉਣਗੇ, ਤੇ ਅੰਗਰੇਜ਼ੀ ਜ਼ਿਆਦਾ ਵਰਤਣੀ ਪਵੇਗੀ ਅੱਗੇ ਸਮਝਾਉਣ ਵਾਸਤੇ। ਤੇ ਭਾਸ਼ਾ ਬਦਲਦੀ ਰਹਿੰਦੀ ਹੈ। ਤੇ ਜਿਹੜੀ ਭਾਸ਼ਾ ਲੋਕ ਸਮਝਦੇ ਹਨ, ਆਮ ਸਧਾਰਨਤਾ ਜਿਹੜੀ ਤੁਸੀਂ ਉਪਯੋਗ ਕਰਦੇ ਹੋ, ਉਸੇ ਭਾਸ਼ਾ ਦੇ ਵਿੱਚ ਹੀ ਸਮਝਾਇਆ ਜਾਂਦਾ ਹੈ। ਤੇ ਗੁਰੂ ਸਾਹਿਬ ਜੀ ਉਸ ਸਮੇਂ ਇਹ ਸ਼ਬਦ ਵਰਤ ਰਹੇ ਸਨ, ਜੋ ਕੁਚੱਜੀ, ਸੁਚੱਜੀ ਕਹਿ ਦਿੰਦੇ ਹਾਂ ਆਪਾਂ, ਬਹੁਤ ਸਿਆਣੀ ਸਮਝਦਾਰ। ਜਿਵੇਂ ਕਹਿ ਦਿੰਦੇ ਕੁਸੰਗਤ, ਕੁੱਕੂ ਲਾ ਦਈਏ, ਕੱਕੇ ਨੂੰ ਔਂਕੜ ਲਾ ਦਈਏ ਤੇ ਕੁਸੰਗਤ ਬਣ ਗਈ। ਮਾੜੀ ਸੰਗਤ ਜਾਂ ਚੰਗੀ ਸੰਗਤ। ਤਿਵੇਂ ਹੀ ਕੁਚੱਜੀ ਮਾੜੇ ਕਰਮਾਂ ਵਾਲੀ, ਜਿਹਨੂੰ ਚੰਗਾ ਕੰਮ ਨਹੀਂ ਆਉਂਦਾ ਹੈ। ਸੁਚੱਜੀ ਦਾ ਭਾਵ ਹੁੰਦਾ ਹੈ ਸਿਆਣੀ। ਜਿਵੇਂ ਆਮ ਤੁਸੀਂ ਸਧਾਰਨ ਸਮਾਜ ਦੇ ਵਿੱਚ ਦੇਖਿਆ ਹੈ, ਗੁਰੂ ਸਾਹਿਬ ਜੀ ਵੀ ਸਮਾਜਿਕ ਲੋਕਾਂ ਨੂੰ ਸਮਝਾ ਰਹੇ ਸੀ। ਇਹ ਇਸਤਰੀ ਲਿੰਗ ਸ਼ਬਦ ਦਾ ਉਪਯੋਗ ਕੀਤਾ ਹੈ, ਸਿਰਫ ਇਸਤਰੀਆਂ ਵਾਸਤੇ ਨਹੀਂ ਹੈ, ਖਿਆਲ ਵਿੱਚ ਰੱਖਿਓ, ਸਾਰਿਆਂ ਵਾਸਤੇ ਹੀ ਹੈ। ਕਈ ਜਗ੍ਹਾ ਪੁਰਸ਼ ਲਿੰਗ ਦਾ ਸ਼ਬਦ ਦਾ ਉਪਯੋਗ ਕਰਦੇ ਹਨ, ਪੁਲਿੰਗ ਦਾ, ਉਦੋਂ ਇਸਤਰੀਆਂ ਵਾਸਤੇ ਵੀ ਹੁੰਦਾ ਹੈ ਉਪਦੇਸ਼। ਇਵੇਂ ਹੀ ਇਸਤਰੀ ਲਿੰਗ ਸ਼ਬਦ ਹੈ ਕੁਚੱਜੀ। ਜਿਵੇਂ ਤੁਸੀਂ ਆਮ ਸਧਾਰਨ ਸਮਾਜ ਦੇ ਵਿੱਚ ਦੇਖਿਆ ਹੈ, ਅਗਰ ਇਸਤਰੀ ਨੂੰ ਕੋਈ ਕਾਰੋਬਾਰ ਚੰਗਾ ਨਾ ਆਉਂਦਾ ਹੋਵੇ, ਕੰਮ ਨਾ ਆਉਂਦਾ ਹੋਵੇ, ਤੇ ਸਹੁਰੇ ਘਰ ਦੀਆਂ ਜਨਾਨੀਆਂ ਜਾਂ ਸੱਸ ਉਹਨੂੰ ਮਿਹਣੇ ਮਾਰਦੀਆਂ, ਤੂੰ ਕੁਚੱਜੀ ਹੈ, ਤੈਨੂੰ ਕੰਮ ਕਰਨਾ ਹੀ ਨਹੀਂ ਆਉਂਦਾ, ਤੈਨੂੰ ਕਿਸੇ ਨੇ ਸਿਖਾਇਆ ਨਹੀਂ, ਢੰਗ ਤਰੀਕਾ ਨਹੀਂ ਸਿਖਾਇਆ, ਤੇਰੇ ਮਾਂ ਪਿਓ ਨੇ ਕੋਈ ਸਿਖਾ ਕੇ ਨਹੀਂ ਭੇਜਿਆ ਤੈਨੂੰ ਵੀ ਕਿਹੜੇ ਢੰਗ ਨਾਲ ਕੰਮ ਕਰਨਾ ਹੈ। ਤੁਹਾਨੂੰ ਮਿਹਣੇ ਮਾਰਦੀਆਂ, ਤੂੰ ਸਿੱਖਿਆ ਨਹੀਂ ਹੈ, ਉਹਨੂੰ ਪਤਾ ਨਹੀਂ ਹੈ। ਤੇ ਪੁਰਾਣੇ ਸਮਿਆਂ 'ਚ ਕੀ ਹੁੰਦਾ ਸੀ ਨਾ, ਮਾਤਾ ਪਿਤਾ ਸਹੁਰੇ ਘਰ ਭੇਜਣ ਵਾਸਤੇ ਧੀ ਨੂੰ ਤਿਆਰ ਕਰਦੇ ਹੁੰਦੇ ਸੀ ਸਹੁਰੇ ਘਰ ਵਾਸਤੇ। ਜਿਵੇਂ ਇੱਕ ਸ਼ਬਦ ਵੀ ਹੈ ਨਾ, ਗੁਰਮਿਲ ਚੱਜ ਅਚਾਰ ਸਿੱਖ ਤੂੰ, ਤਿਸ ਕਦੇ ਨਾ ਲੱਗੇ ਦੁੱਖ। ਗੁਰਮਿਲ ਚੱਜ ਅਚਾਰ ਸਿੱਖ। ਤੇ ਪੁਰਾਣੇ ਸਮਿਆਂ 'ਚ ਉਹ ਜੋ ਮਾਤਾ ਪਿਤਾ ਹੈ,
ਉਹ ਚੱਜ ਆਚਾਰ ਸਿਖਾਉਂਦੇ ਸਨ। ਤੁਸੀਂ ਜਿਹੜੇ ਪੁਰਾਣੇ ਬਜ਼ੁਰਗ ਹਨ ਉਹਨਾਂ ਨੂੰ ਖਿਆਲ ਵਿੱਚ ਹੋਵੇਗਾ ਵੀ ਪੁਰਾਣੇ ਸਮਿਆਂ ਦੇ ਵਿੱਚ ਛੋਟੀ ਉਮਰ ਦੇ ਵਿੱਚ ਹੀ ਲੜਕੀਆਂ ਨੂੰ ਸਹੁਰੇ ਘਰ ਦੀਆਂ ਚੀਜ਼ਾਂ ਬਣਾਉਣੀਆਂ ਦੱਸਦੇ ਸਨ। ਚਾਦਰਾਂ ਕੱਢਣ ਲਾ ਦਿੰਦੇ, ਹੋਰ ਜੋ ਸਹੁਰੇ ਘਰ ਉਹਨੇ ਲੈ ਕੇ ਜਾਣਾ ਹੈ ਸਮਾਨ ਉਹ ਬਣਾਉਣ ਲਾ ਦਿੰਦੇ, ਦਰੀਆਂ ਬਣਾਉਣ ਲਾ ਦਿੰਦੇ ਵੀ ਉਹਦਾ ਧਿਆਨ ਵੀ ਸਹੁਰੇ ਘਰ ਨੂੰ ਬਣਿਆ ਰਹੇ ਵੀ ਪੇਕੇ ਘਰ ਛੱਡਣਾ ਹੀ ਹੈ ਤੇ ਸਹੁਰੇ ਘਰ ਦਾ ਖਿਆਲ ਬਣਿਆ ਰਹੇ ਤੇ ਨਾਲੇ ਸਹੁਰੇ ਘਰ ਦੀਆਂ ਚੀਜ਼ਾਂ ਬਣਾਉਂਦੀਆਂ ਰਹਿੰਦੀਆਂ ਸਨ। ਨਾਲੇ ਉਹਨਾਂ ਨੂੰ ਸਿਖਾਇਆ ਵੀ ਜਾਂਦਾ ਸੀ ਵੀ ਕਿਵੇਂ ਸਾਰਾ ਕਾਰੋਬਾਰ ਘਰ ਦਾ ਕਰਨਾ ਹੈ, ਕਿਵੇਂ ਧੰਦਾ ਕਰਨਾ, ਕਿਵੇਂ ਸਾਂਭਣਾ ਹੈ ਚੌਂਕਾ ਚੁੱਲ੍ਹਾ। ਤੇ ਸਿਆਣੀਆਂ ਮਾਈਆਂ ਸਾਰਾ ਹੀ ਸਮਝਾਉਂਦੀਆਂ ਸਨ, ਲੜਕੀਆਂ ਨੂੰ ਪੂਰਾ ਸਿਖਾਉਂਦੀਆਂ ਸਨ ਤਾਂ ਕਿ ਸਹੁਰੇ ਘਰ ਜਾ ਕੇ ਇਹਨੂੰ ਮਿਹਣੇ ਨਾ ਮਾਰਨ ਵੀ ਇਹਨੂੰ ਰੋਟੀ ਪਕਾਉਣੀ ਨਹੀਂ ਆਉਂਦੀ ਹੈ, ਇਹਨੂੰ ਚੌਂਕੇ ਚੁੱਲ੍ਹੇ ਦਾ ਕੰਮ ਨਹੀਂ ਆਉਂਦਾ ਹੈ, ਵੀ ਇਹ ਸਾਰੇ ਹੀ ਕੰਮ ਸਿੱਖ ਜਾਵੇ। ਕਢਾਈ ਸਿਖਲਾਈ ਵੀ ਸਿਖਾਉਂਦੀਆਂ ਸਨ ਵੀ ਉਹ ਵੀ ਲੋੜ ਪੈ ਸਕਦੀ। ਅਜੋਕੇ ਸਮੇਂ 'ਚ ਐਸਾ ਨਹੀਂ ਹੈ, ਪੁਰਾਣੇ ਸਮਿਆਂ 'ਚ ਐਸਾ ਹੁੰਦਾ ਸੀ ਤੇ ਮਾਈਆਂ ਸਾਰਾ ਕੁਝ ਸਿਖਾਉਂਦੀਆਂ ਸਨ, ਵੀ ਸਹੁਰੇ ਘਰ ਵਾਸਤੇ ਤਿਆਰ ਕਰਦੀਆਂ ਸਨ। ਇਵੇਂ ਹੀ ਇਹ ਸੰਸਾਰ ਹੈ ਤੇ ਸੰਸਾਰ ਵਿੱਚ ਆਪਾਂ ਰਹਿ ਰਹੇ ਹਾਂ ਉਵੇਂ ਹੀ ਜਿਵੇਂ ਲੜਕੀ ਪੇਕੇ ਘਰ ਰਹਿੰਦੀ ਹੈ। ਸੰਸਾਰ ਆਪਣਾ ਪੇਕੇ ਹੈ, ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ। ਇੱਥੇ ਆਪਾਂ ਸਹੁਰੇ ਘਰ ਜਾਣ ਵਾਸਤੇ ਤਿਆਰੀ ਕਰਨੀ। ਤੇ ਲੜਕੀ ਨੂੰ ਸਿਖਾਉਂਦੇ ਸਨ ਮਾਤਾ ਪਿਤਾ, ਸਹੁਰੇ ਘਰ ਵਾਸਤੇ ਤਿਆਰ ਕਰਦੇ ਸਨ। ਪਰ ਇਹ ਜੋ ਸਹੁਰੇ ਘਰ ਜਾਣਾ ਹੈ, ਪ੍ਰਭੂ ਪਿਆਰੇ ਕੋਲ ਜਾਣਾ ਹੈ, ਪ੍ਰੀਤਮ ਕੋਲ ਜਾਣਾ ਹੈ, ਉਹਦੇ ਵਾਸਤੇ ਗੁਰੂ ਤਿਆਰ ਕਰਦਾ ਹੈ। ਗੁਰਮਿਲ ਚੱਜ ਆਚਾਰ ਸਿੱਖ, ਵੀ ਗੁਰੂ ਨੂੰ ਮਿਲ ਕੇ ਤੁਸੀਂ ਸਿੱਖ ਵੀ ਸਹੁਰੇ ਘਰ ਕਿਵੇਂ ਜਾਣਾ ਹੈ। ਉਹ ਤਰੀਕਾ, ਉਹ ਚੱਜ, ਉਹ ਆਚਾਰ, ਉਹ ਗੁਣ, ਉਹ ਸਾਰੇ ਹੀ ਹਾਸਲ ਕਰ ਜਿਹੜੇ ਤੂੰ ਲੈ ਕੇ ਸਹੁਰੇ ਘਰ ਪੁੱਜਣਾ ਹੈ, ਪ੍ਰੀਤਮ ਕੋਲ ਜਾਣਾ ਹੈ। ਤੇ ਸੰਸਾਰ ਇੱਕ ਸਿਖਲਾਈ, ਇਹ ਸੰਸਾਰ ਦੇ ਵਿੱਚ ਗੁਰਮੁਖ ਪਿਆਰਾ ਤਿਆਰੀ ਕਰਦਾ ਹੈ ਸਹੁਰੇ ਘਰ ਦੀ। ਇੱਥੇ ਚੱਜ ਆਚਾਰ ਸਿੱਖਣਾ ਹੈ ਤੇ ਚੱਜ ਆਚਾਰ ਕਿਵੇਂ ਸਿੱਖਣਾ ਹੈ। ਜਿਵੇਂ ਪੁਰਾਣੇ ਸਮਿਆਂ 'ਚ ਮੈਂ ਕਿਹਾ ਸੀ ਵੀ ਮਾਤਾ ਪਿਤਾ ਬੱਚੀ ਨੂੰ ਤਿਆਰ ਕਰਦੇ ਸਨ ਸਹੁਰੇ ਘਰ ਵਾਸਤੇ, ਤੋ ਸਹੁਰੇ ਘਰ ਦੀਆਂ ਚੀਜ਼ਾਂ ਬਣਾਉਣ ਵਾਸਤੇ ਕਹਿੰਦੇ ਸਨ ਵੀ ਤਾਂ ਕਿ ਉਹਦਾ ਧਿਆਨ ਸਹੁਰੇ ਘਰ ਵੱਲ ਜ਼ਿਆਦਾ ਜਾਵੇ, ਪੇਕੇ ਘਰ ਵੱਲੋਂ ਹਟੇ। ਜਿੰਨਾ ਮੋਹ ਪੇਕੇ ਘਰ ਘੱਟ ਹੋਵੇਗਾ ਓਨੀ ਹੀ ਲੜਕੀ ਸਹੁਰੇ ਘਰ ਸੁਖਾਲੀ ਵੱਸਦੀ ਹੈ। ਅਜੋਕੇ ਸਮੇਂ 'ਚ ਐਸਾ ਨਹੀਂ ਹੋ ਰਿਹਾ ਹੈ। ਇਸ ਕਰਕੇ ਬਹੁਤ ਸਾਰੀਆਂ ਲੜਕੀਆਂ ਸਹੀ ਢੰਗ ਨਾਲ ਵੱਸ ਹੀ ਨਹੀਂ ਪਾਉਂਦੀਆਂ ਕਿਉਂਕਿ ਪੇਕੇ ਘਰ ਨਾਲ ਬਹੁਤ ਜ਼ਿਆਦਾ ਮੋਹ ਹੋ ਜਾਂਦਾ। ਦੂਸਰੀ ਗੱਲ, ਵਡੇਰੀ ਉਮਰ ਦੇ ਵਿੱਚ ਲੜਕੀਆਂ ਦੀ ਸ਼ਾਦੀ ਕਰਦੇ ਹਨ ਤੇ ਜਿੰਨੀ ਜ਼ਿਆਦਾ ਵਡੇਰੀ ਉਮਰ ਦੇ ਵਿੱਚ ਲੜਕੀ ਦੀ ਸ਼ਾਦੀ ਹੁੰਦੀ ਹੈ ਓਨਾ ਹੀ ਜ਼ਿਆਦਾ ਮੋਹ ਪੈ ਜਾਂਦਾ ਹੈ। ਤੋ ਪਿੱਛੇ ਵੀ ਝੂਰਦੀ ਰਹਿੰਦੀ ਹੈ, ਸਹੁਰੇ ਘਰ ਵੀ ਰਹਿੰਦੀ, ਪਿੱਛੇ ਵੀ ਖਿਆਲ ਰੱਖਦੀ, ਨਾ ਇੱਧਰ ਦੀ ਨਾ ਉੱਧਰ ਦੀ, ਨਾ ਘਰ ਦੀ ਨਾ ਘਾਟ ਦੀ। ਤੇ ਪੁਰਾਣੇ ਸਮਿਆਂ ਦੇ ਵਿੱਚ ਛੋਟੀ ਉਮਰ ਦੇ ਵਿੱਚ ਹੀ ਲੜਕੀ ਦੀ ਸ਼ਾਦੀ ਕਰ ਦਿੰਦੇ ਸਨ।
ਤੇ ਬਹੁਤਾ ਮੋਹ ਨਹੀਂ ਸੀ ਪੈਂਦਾ ਪੇਕੇ ਕਰਨਾ। ਤੇ ਉੱਥੇ ਜਾ ਕੇ ਬਹੁਤ ਹੀ ਸਿਖਾਲੀਆਂ ਲੜਕੀਆਂ ਸਹੁਰੇ ਘਰ ਵਸ ਜਾਂਦੀਆਂ ਸਨ। ਜੈਸਾ ਵੀ ਘਰ ਹੈ, ਜੈਸਾ ਵੀ ਪਤੀ ਹੈ, ਉਹਨੂੰ ਸਵੀਕਾਰ ਕਰ ਲੈਂਦੀਆਂ। ਠੀਕ ਹੈ, ਜਿਸ ਤਰ੍ਹਾਂ ਦਾ ਵੀ ਰੱਬ ਨੇ ਦਿੱਤਾ। ਇਵੇਂ ਹੀ ਇਹ ਪੇਕੇ ਘਰ ਜਿੰਨਾ ਤੁਸੀਂ ਮੋਹ ਘੱਟ ਪਾਓਗੇ, ਓਨਾ ਹੀ ਸਹੁਰੇ ਘਰ ਤੁਸੀਂ ਸਖਾਲੇ ਵਸੋਗੇ। ਜਿੰਨਾ ਪੇਕੇ ਘਰ ਮੋਹ ਜ਼ਿਆਦਾ ਹੋਵੇਗਾ, ਉਹਨਾਂ ਤੁਸੀਂ ਸਹੁਰੇ ਘਰ ਤੇ ਜਾ ਹੀ ਨਹੀਂ ਸਕਦੇ, ਵਸਣਾ ਤੇ ਕਿਧਰੇ ਹੀ। ਫਿਰ ਐਸਾ ਨਹੀਂ ਹੈ ਵੀ ਤੁਸੀਂ ਮਰਨ ਤੋਂ ਬਾਅਦ ਹੀ ਸਹੁਰੇ ਘਰ ਜਾਓਗੇ। ਖਿਆਲ ਵਿੱਚ ਰੱਖਣਾ, ਇੱਥੇ ਸੁਰਤੀ ਦਾ ਮਾਰਗ ਹੈ। ਸੁਰਤੀ ਕਰਕੇ ਤੁਸੀਂ ਪੇਕੇ ਘਰ ਹੋ, ਸੰਸਾਰ ਵਿੱਚ ਹੋ। ਸੁਰਤੀ ਤੁਹਾਡੀ ਸੰਸਾਰ ਵਿੱਚੋਂ ਨਿਕਲ ਗਈ, ਸੰਸਾਰ ਵਿੱਚੋਂ ਮੋਹ ਨਾ ਰਹਿ ਗਿਆ, ਤੇ ਤੁਸੀਂ ਸਹੁਰੇ ਘਰ ਨੂੰ ਚਲੇ ਗਏ। ਅਗਰ ਬਿਲਕੁਲ ਮੋਹ ਨਾ ਰਿਹਾ ਤੇ ਤੁਸੀਂ ਵਾਪਸ ਨਹੀਂ ਆਓਗੇ, ਸਹੁਰੇ ਘਰ ਚਲੇ ਜਾਓਗੇ, ਪਤੀ ਪਰਮੇਸ਼ਰ ਕੋ ਚਲੇ ਜਾਓਗੇ, ਉਸ ਪਿਆਰੇ ਕੋ ਚਲੇ ਜਾਓਗੇ। ਗਾਵੋ ਗਾਰੋ ਹਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਉਹ ਪਤਾਰ ਜਿਹੜਾ ਹੈ ਰਾਜਾ ਰਾਮ ਪਰਮਾਤਮਾ, ਉਹਦੇ ਹੋ ਜਾਓਗੇ। ਤੇ ਜੋ ਕੁਚੱਜੀ ਹੈ ਨਾ, ਕੁਚੱਜੀ ਸਿਰਲੇਖ ਹੇਠ ਗੁਰੂ ਸਾਹਿਬ ਜੀ ਇਹ ਕਹਿ ਰਹੇ ਹਨ ਕਿ ਜਿਨ੍ਹਾਂ ਦਾ ਚੱਜ ਆਚਾਰ ਠੀਕ ਨਹੀਂ ਹੈ। ਦਰਅਸਲ ਜਦੋਂ ਕੋਈ ਉਪਦੇਸ਼ ਦਿੱਤਾ ਜਾਂਦਾ ਹੈ ਨਾ, ਜਾਂ ਤੇ ਕੋਈ ਸਰੋਤੇ ਸਾਹਮਣੇ ਹੋਣ, ਤੇ ਉਹਨਾਂ ਵੱਲ ਨੂੰ ਉਨਮੁਖ ਹੋ ਕੇ ਦਿੱਤਾ ਜਾਂਦਾ ਹੈ। ਜੇ ਕੋਈ ਸਰੋਤਾ ਨਾ ਹੋਵੇ ਤੇ ਫਿਰ ਆਪਣੇ ਆਪ ਨੂੰ ਮੁੱਖ ਰੱਖ ਕੇ ਉਪਦੇਸ਼ ਦਿੱਤਾ ਜਾਂਦਾ ਹੈ। ਤੇ ਬਹੁਤ ਸਾਰੇ ਉਪਦੇਸ਼ ਗੁਰੂਆਂ ਨੇ ਦਿੱਤੇ ਹਨ, ਭਗਤਾਂ ਨੇ ਦਿੱਤੇ ਹਨ, ਉਹ ਆਪਣੇ ਆਪ ਨੂੰ ਮੁੱਖ ਰੱਖ ਕੇ ਦਿੱਤੇ ਹਨ ਕਿ ਮੈਂ ਕੁਚੱਜੀ। ਗੁਰੂ ਸਾਹਿਬ ਜੀ ਤੇ ਕੁਚੱਜੇ ਨਹੀਂ ਸਨ, ਉਹ ਤੇ ਪ੍ਰਭੂ ਦੇ ਪਿਆਰੇ ਸਨ ਹੀ, ਪਰ ਦੂਸਰੇ ਨੂੰ ਸਮਝਾਉਣ ਵਾਸਤੇ। ਜਿਵੇਂ ਕੋਈ ਕਵੀ ਕਵਿਤਾ ਲਿਖਦਾ ਹੈ, ਆਪਣਾ ਨਾਮ ਸ਼ਾਮਿਲ ਕਰ ਦਿੰਦਾ ਹੈ, ਇੱਦਾਂ ਹੀ ਆਪਣੇ ਆਪ ਨੂੰ ਸ਼ਾਮਿਲ ਕਰਕੇ ਦੂਸਰੇ ਨੂੰ ਸਮਝਾਉਣਾ ਵੀ ਅਗਰ ਤੁਸੀਂ ਕੁਚੱਜਪੁਣਾ ਇੱਦਾਂ ਕਰਦੇ ਰਹੇ, ਇੱਦਾਂ ਦੇ ਹੀ ਅਵਗਣ ਰਹੇ, ਤੇ ਤੁਸੀਂ ਪ੍ਰਭੂ ਪਿਆਰੇ ਨੂੰ ਨਹੀਂ ਮਿਲ ਸਕਦੇ। ਤੇ ਗੁਰੂ ਨੂੰ ਮਿਲ ਕੇ ਚੱਜ ਆਚਾਰ ਸਿੱਖਣਾ ਹੈ, ਸਹੀ ਜੀਵਨ ਦੀ ਜਾਚ ਸਿੱਖਣੀ ਹੈ, ਸਹੀ ਦਿਸ਼ਾ ਵੱਲ ਜਾਣਾ ਹੈ। ਗੁਰ ਮਿਲ ਚੱਜ ਆਚਾਰ ਸਿੱਖ, ਤਿਸ ਕਦੇ ਨ ਲੱਗੈ ਦੁੱਖ। ਇਹ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਹਨ। ਤੁਧ ਗੁਣ ਮੈਂ ਸਭ ਅਵਗਣਾ, ਇਕ ਨਾਨਕ ਕੀ ਅਰਦਾਸ ਜੀਓ। ਸਭ ਰਾਤੀ ਸੁਹਾਗਣੀ, ਮੈਂ ਦੁਹਾਗਣ ਕਾਈ ਰਾਤ ਜੀਓ। ਵੀ ਜਿਹੜੇ ਗੁਰਮੁਖ ਪਿਆਰੇ ਹਨ, ਉਹ ਸੁਹਾਗਣ ਹਨ। ਜਿਨ੍ਹਾਂ ਨੂੰ ਪ੍ਰਭੂ ਪਿਆਰਾ ਯਾਦ ਆ ਰਿਹਾ ਹੈ, ਉਹ ਪ੍ਰਭੂ ਪਿਆਰੇ ਦੇ ਨਾਲ ਹਨ। ਤੇ ਮੈਂ ਇਹ ਜ਼ਿੰਦਗੀ ਰੂਪੀ ਰਾਤ ਦੋਹਾਗਣ ਸੁਹਾਗਣ ਵੀ ਦੂਰ ਹਾਂ ਪਿਆਰੇ ਤੋਂ, ਸੁਹਾਗਣ ਨੇੜੇ ਹੈ। ਜਿਹਨੂੰ ਯਾਦ ਹੈ ਪ੍ਰਮਾਤਮਾ, ਉਹ ਪ੍ਰਮਾਤਮਾ ਦੇ ਨੇੜੇ ਹੈ। ਜਿਵੇਂ ਆਪਾਂ ਇਉਂ ਸਮਝ ਲਈਏ, ਜਿਹਨੂੰ ਤੁਸੀਂ ਯਾਦ ਕਰ ਰਹੇ ਹੋ, ਜਿਹੜਾ ਤੁਹਾਨੂੰ ਚੇਤੇ ਹੈ, ਚੇਤੇ ਦੇ ਵਿੱਚ ਹੈ, ਯਾਦ ਦੇ ਵਿੱਚ ਹੈ, ਉਹ ਤੇ ਨੇੜੇ ਹੀ ਹੈ ਨਾ। ਚਿੱਤ ਵਿੱਚ ਹੈ, ਯਾਦ ਵਿੱਚ ਹੈ, ਤੋ ਤੁਹਾਡੇ ਨੇੜੇ ਹੈ। ਤੇ ਜਿਹੜਾ ਚਿੱਤ ਵਿੱਚ ਨਹੀਂ, ਯਾਦ ਵਿੱਚ ਨਹੀਂ, ਉਹ ਭਾਵੇਂ ਨੇੜੇ ਵੀ ਹੋਵੇ ਤਾਂ ਵੀ ਦੂਰ ਹੈ।
ਇਉਂ ਕਿਹਾ ਨਾ, ਪ੍ਰਮਾਤਮਾ ਨੂੰ ਚੇਤੇ ਕਰੋ, ਚਿੱਤ ਵਿੱਚ ਵਸਾਓ, ਭਾਵ ਕਿ ਯਾਦ ਪ੍ਰਮਾਤਮਾ ਦੀ ਵਸੇ। ਅਗਰ ਯਾਦ ਸੰਸਾਰ ਦੀ ਹੈ ਤੇ ਪ੍ਰਮਾਤਮਾ ਤੋਂ ਤੁਸੀਂ ਦੂਰ ਹੋ। ਭਾਵੇਂ ਪ੍ਰਮਾਤਮਾ ਬਹੁਤ ਨੇੜੇ ਹੈ, ਪਰ ਤੁਸੀਂ ਦੂਰ ਹੋ, ਕਿਉਂਕਿ ਚੇਤੇ ਦੇ ਵਿੱਚ ਸੰਸਾਰ ਹੈ ਤੇ ਚੇਤੇ ਦੇ ਵਿੱਚੋਂ ਸੰਸਾਰ ਨੂੰ ਕੱਢਣਾ ਹੈ। ਦੁਹਾਗਣ ਉਹ ਹੀ ਹੈ। ਜਿਹਦਾ ਚਿੱਤ ਸੰਸਾਰ ਦੇ ਵਿੱਚ ਲੱਗਾ ਹੋਇਆ ਹੈ। ਗੁਰੂ ਨੂੰ ਮਿਲ ਕੇ ਇਹੋ ਹੀ ਚੱਜ ਆਚਾਰ ਸਿੱਖਣਾ ਹੈ। ਇਹੋ ਹੀ ਚੱਜ ਸਿੱਖਣਾ ਹੈ। ਕੁਚੱਜੀ ਨਹੀਂ ਬਣਨਾ ਹੈ, ਸੁਚੱਜੀ ਬਣਨਾ ਹੈ। ਕੁਚੱਜੀ ਉਹ ਹੈ ਜਿਹੜੀ ਅੱਠੇ ਪੈਰ ਸੰਸਾਰ ਦਾ ਚਿੰਤਨ ਕਰਦੀ ਹੈ। ਸੁਚੱਜੀ ਉਹ ਹੈ ਜਿਹੜੀ ਸੰਸਾਰ ਵਿੱਚ ਰਹਿੰਦੀ ਹੋਈ ਆਪਣੇ ਪਿਆਰੇ ਦਾ ਧਿਆਨ ਰੱਖਦੀ ਹੈ, ਸਹੁਰੇ ਘਰ ਦਾ ਧਿਆਨ ਰੱਖਦੀ। ਸੰਸਾਰ ਵਿੱਚ ਰਹਿੰਦੀ ਹੋਈ ਤਿਆਰੀ ਸਹੁਰੇ ਘਰ ਦੀ ਕਰਦੀ ਹੈ। ਚੱਜ ਆਚਾਰ ਸਿੱਖਦੀ ਹੈ ਸਹੁਰੇ ਘਰ ਜਾਣ ਦਾ। ਪਿਆਰੇ ਨੂੰ ਭਾ ਜਾਵਾਂ, ਚੰਗੀ ਲੱਗਾ, ਸੋਹਣੀ ਲੱਗਾ, ਕਿਵੇਂ ਬਾਣਾ, ਕਿਵੇਂ ਥਾਣਾ, ਐਸੇ ਸ਼ਬਦ ਵੀ ਹਨ। ਕਿਵੇਂ ਭਾਵਾਂ ਪਿਆਰੇ ਨੂੰ, ਵੈਸਾ ਸ਼ਿੰਗਾਰ ਕਰਾਂ, ਵੈਸੇ ਗੁਣ ਹਾਸਲ ਕਰਾਂ, ਤਾਂ ਕਿ ਭਾ ਜਾਵਾਂ। ਤੇ ਸੁਚੱਜੀ ਜਿਹੜੀ ਹੈ ਉਹ ਹੌਲੀ ਹੌਲੀ ਗੁਣ ਹਾਸਲ ਕਰਦੀ ਹੈ ਤੇ ਚਿੱਤ ਪਰਮਾਤਮਾ ਵੱਲ ਨੂੰ ਲੈ ਕੇ ਜਾਂਦੀ ਹੈ, ਸੰਸਾਰ ਵੱਲ ਨੂੰ, ਸੰਸਾਰ ਦਾ ਮੋਹ ਤਿਆਗਦੀ ਹੈ। ਮੋਹ ਹੀ ਫਸਾ ਕੇ ਰੱਖਦਾ ਹੈ, ਮੋਹ ਹੀ ਪੇਕੇ ਕਰਨ ਦੇ ਨਾਲ ਜੋੜ ਕੇ ਰੱਖਦਾ ਹੈ। ਸਹੁਰੇ ਘਰ ਵਸਣ ਨਹੀਂ ਦੇਵੇਗਾ, ਜਾਣ ਨਹੀਂ ਦੇਵੇਗਾ ਪਹਿਲੀ ਗੱਲ। ਤੇ ਮੋਹ ਨੂੰ ਤੋੜਦਾ ਹੈ, ਤੋੜਦੀ ਸੁਚੱਜੀ। ਤੇ ਪਹਿਲਾਂ ਤਾਂ ਸੰਸਾਰ ਨਾਲੋਂ ਮੋਹ ਤੋੜਨਾ ਹੈ, ਫਿਰ ਸਰੀਰ ਨਾਲੋਂ ਤੋੜਨਾ ਹੈ। ਸਰੀਰ ਵੀ ਵਾਸਤਵਿਕ ਥੋੜ੍ਹੀ, ਜਿਵੇਂ ਆ ਦੂਸਰੇ ਗਰੁੱਪ ਵਿੱਚ ਕਿਸੇ ਮਾਤਾ ਜੀ ਨੇ ਕਿਹਾ ਹੈ, ਉਹਨੇ ਤੇ ਭਾਵਨਾ ਨਾਲ ਹੀ ਕਿਹਾ ਹੈ ਵੀ ਬਾਬਾ ਜੀ ਦਾ ਸਰੀਰ ਠੀਕ ਨਹੀਂ ਹੈ, ਤੈਨੂੰ ਕੋਈ ਨਾ ਕੋਈ ਇਹਨਾਂ ਨੂੰ ਆਣ ਕੇ ਵਾਪਸ ਲੈ ਕੇ ਜਾਵੇ। ਨਹੀਂ, ਅਗਰ ਵਾਪਸ ਵੀ ਲੈ ਕੇ ਚਲੇ ਗਏ ਤਾਂ ਵੀ ਠੀਕ ਨਾ ਹੋਇਆ ਤਾਂ ਫਿਰ ਜ਼ਰੂਰੀ ਤੇ ਨਹੀਂ ਹੈ, ਸਰੀਰ ਤੇ ਸਰੀਰ ਹੀ ਹੈ। ਅਗਰ ਠੀਕ ਹੋਣਾ ਹੋਇਆ ਤੇ ਇੱਥੇ ਹੀ ਹੋ ਜਾਣਾ ਹੈ। ਨਾਲੇ ਇਹਦੀ ਕੋਈ ਗਰੰਟੀ ਥੋੜ੍ਹੀ ਹੈ ਕਿੰਨਾ ਕੁ ਚਿਰ ਆਪਾਂ ਠੀਕ ਰੱਖਾਂਗੇ। ਤੇ ਜਿੰਨਾ ਚਿਰ ਚੱਲੇਗਾ ਚੱਲੇਗਾ, ਤੇ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਸਰੀਰ ਦੀ। ਮਰਣੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਸਬਰ ਜੀਆਂ ਪ੍ਰਤਪਾਲ ਹੀ ਲੇਖੇ ਸਾਸ ਗਿਰਾਸ। ਜਿਹੜਾ ਜਾਗਰਤ ਪੁਰਸ਼ ਹੈ ਨਾ, ਉਹ ਹਰ ਵਕਤ ਆਪਣੇ ਆਪ ਨੂੰ ਮਰਿਆ ਹੋਇਆ ਸਮਝਦਾ। ਸਵਾਸ ਆਵੇ ਅਗਲਾ ਨਾ ਆਵੇ। ਹੁਣ ਤੁਸੀਂ ਕਹਿੰਦੇ ਬਿਮਾਰ ਹੈ ਸਰੀਰ, ਵੀ ਪਤਾ ਨਹੀਂ ਬਚੇ ਕਿ ਨਾ ਬਚੇ, ਪਰ ਬਹੁਤ ਸਾਰੇ ਲੋਕ ਸਰੀਰ ਕਰਕੇ ਬਿਲਕੁਲ ਠੀਕ ਹੁੰਦੇ ਹਨ, ਬਿਮਾਰ ਲੱਗਦੇ ਨਹੀਂ। ਉਹਨਾਂ ਦਾ ਸਰੀਰ ਵੀ ਛੇਤੀ ਡੱਡ ਹੋ ਜਾਂਦਾ, ਚੱਲ ਵਸਦੇ ਆ। ਜੇ ਤੁਸੀਂ ਸੋਚਦੇ ਹੋ ਵੀ ਤੁਸੀਂ ਬਿਲਕੁਲ ਠੀਕ ਠਾਕ ਹੋ, ਰਿਸ਼ਟ ਪੁਸ਼ਟ ਹੋ, ਵੀ ਜੀਵਾਂਗੇ, ਇਸੇ ਕਰਕੇ ਤੁਸੀਂ ਆਸਾ ਰੱਖਦੇ ਹੋ ਗੱਲੇ ਵੀ ਅਸੀਂ ਅਜੇ ਠੀਕ ਠਾਕ। ਨੌਜਵਾਨ ਜ਼ਿਆਦਾ ਆਸਾ ਰੱਖਦਾ
ਭੇਜੇ ਤੇ ਚੜ੍ਹਦੀ ਕਲਾ। ਸਰੀਰ ਨੌ ਬਰਨੌ। ਸਰੀਰ ਦਾ ਵੀ ਹੰਕਾਰ ਹੁੰਦਾ ਹੈ ਨਾ, ਪਰ ਕੀ ਪੱਕਾ ਹੈ? ਮਤ ਜਾਪੇ ਸਾਹੋ ਆਵੇ ਕਿ ਨਾ ਆਵੇ ਰਾਮ। ਪੱਕਾ ਹੈ ਕੱਲ ਦਾ ਦਿਨ ਚੜ੍ਹੇ, ਪਰ ਤੁਹਾਨੂੰ ਲੱਗਦਾ ਹੈ ਚੜੂਗਾ। ਪਰ ਜਿਹੜੇ ਜਾਣਦੇ ਹਨ ਉਹ ਕੱਲ ਦੀ ਆਸਾ ਨਹੀਂ ਰੱਖਦੇ ਹਨ। ਉਹ ਕਹਿੰਦੇ ਹਨ ਜਿਹੜੇ ਸਵਾਸ ਆ ਰਹੇ ਹਨ, ਪਤਾ ਨਹੀਂ ਅਗਲੇ ਆਉਣ ਨਾ। ਉਹਦੀ ਮਰਜ਼ੀ। ਅਗਰ ਸਰੀਰ ਨੂੰ ਉਹਨੇ ਰੱਖਣਾ ਹੋਇਆ ਤੇ ਰੱਖ ਲਵੇਗਾ। ਕੋਈ ਉਪਯੋਗ ਕਰਨਾ ਹੋਵੇ, ਨਾ ਉਪਯੋਗ ਕਰਨਾ ਹੋਵੇ, ਹੋ ਸਕਦਾ ਹੈ ਕਿ ਸਰੀਰ ਦਾ ਕੰਮ ਪੂਰਾ ਹੋ ਗਿਆ ਹੋਵੇ। ਤਾਂ ਕੀ ਹੈ? ਸਰੀਰ ਤੇ ਇੱਕ ਚੋਗਾ ਹੈ, ਕਿਸੇ ਦਿਨ ਲਾ ਕੇ ਸੁੱਟਣਾ ਹੀ। ਹੋ ਸਕਦਾ ਇਸ ਤੋਂ ਬਾਅਦ ਤੁਹਾਨੂੰ ਹੋਰ ਕੋਈ ਚੰਗਾ ਸਮਝਾਉਣ ਵਾਲਾ ਮਿਲ ਜਾਵੇ। ਪਰਮਾਤਮਾ ਘਰ ਕੋਈ ਘਾਟਾ ਹੈ? ਬੇਅੰਤ ਹੈ ਪਰਮਾਤਮਾ, ਬੇਅੰਤ ਹੈ ਉਹਦੀ ਖੇਲ। ਉਹ ਅਗਮ ਅਗੋਚਰ ਬੇਅੰਤ ਹੈ, ਉਹਦੇ ਘਰ ਕੋਈ ਘਾਟਾ ਥੋੜ੍ਹੀ। ਹਾਂ, ਜੇ ਉਪਯੋਗ ਕਰਨਾ ਹੋਇਆ ਉਹਨੇ ਸਰੀਰ ਦਾ, ਉਹੋ ਹੀ ਕਰ ਰਿਹਾ ਹੈ ਹੁਣ ਵੀ। ਜੇ ਉਹਨੇ ਹੋਰ ਕਰਨਾ ਹੋਇਆ ਉਪਯੋਗ ਤੇ ਚੱਲਦਾ ਰੱਖੇਗਾ। ਪਰ ਮੈਨੂੰ ਕੋਈ ਚਿੰਤਾ ਨਹੀਂ, ਉਹ ਚੱਲਦਾ ਰੱਖੇ ਜਾਂ ਨਾ ਚੱਲਦਾ ਰੱਖੇ, ਉਹਦੀ ਮੌਜ ਹੈ, ਪਿਆਰੇ ਦੀ ਮੌਜ। ਜਿੱਦਾਂ ਰੱਖੇ, ਜਿਉਂ ਰੱਖੇ ਤਿਉਂ ਰਹਿਣਾ, ਜਿਸ ਤਰ੍ਹਾਂ ਉਹਦੀ ਮੌਜ। ਜੇ ਯਾਤਰਾ ਪੂਰੀ ਹੋ ਗਈ ਹੋਈ ਤਾਂ ਉਹਦੀ ਖੁਸ਼ੀ ਹੈ, ਤੇ ਪਰਮਾਤਮਾ ਦੀ ਮੌਜ ਹੈ। ਤੇ ਸਰੀਰ ਦਾ ਮੋਹ ਨਹੀਂ, ਖਿਆਲ ਵਿੱਚ ਰੱਖੋ। ਤੁਸੀਂ ਸਰੀਰ ਦੇ ਨਾਲ ਬਹੁਤ ਜ਼ਿਆਦਾ ਬੰਧੇ ਹੋਏ ਹੋ, ਸਰੀਰ ਬਾਰੇ ਹੀ ਸੋਚਦੇ ਰਹਿੰਦੇ ਹੋ। ਸਰੀਰ ਵਾਸਤਵਿਕ ਥੋੜ੍ਹੀ ਹੈ, ਕਿਸੇ ਦਿਨ ਤੇ ਛੱਡਣਾ ਹੀ ਹੈ। ਖਿਆਲ ਕਰੋ ਤੁਸੀਂ, 20-30 ਸਾਲ ਬਾਅਦ, 40 ਸਾਲ ਬਾਅਦ ਫਿਰ ਵੀ ਛੱਡਣਾ ਹੀ। ਛੁੱਟੇਗਾ ਹੀ ਨਾ, ਮਿੱਟੀ ਦਾ ਬਣਿਆ ਹੋਇਆ ਮਿੱਟੀ 'ਚ ਹੀ ਰਲੇਗਾ। ਤਾਂ ਇੰਨੀ ਪਕੜ ਵੀ ਕਿਉਂ? ਉਹਦਾ ਦਿੱਤਾ ਹੋਇਆ, ਜਿਸ ਕੀ ਵਸਤ ਤਿਸ ਆਗੇ ਰੱਖ, ਉਹਦੀ ਹੈ। ਜਿੰਨਾ ਚਿਰ ਚਲਾਵੇਗਾ ਚਲਾਵੇਗਾ, ਜਦੋਂ ਨਾ ਚਲਾਵੇਗਾ ਤਾਂ ਉਹਦੀ ਮੌਜ। ਤੇ ਨਿਸ਼ਚਿੰਤ ਹਾਂ ਮੈਂ। ਬਿਮਾਰ ਹੈ, ਠੀਕ ਹੈ, ਉਹਦੀ ਮੌਜ ਹੈ। ਠੀਕ ਹੋਵੇਗਾ ਤਾਂ ਵੀ ਉਹਦੀ ਮੌਜ ਹੋਵੇਗੀ, ਨਾ ਹੋਵੇਗਾ ਤਾਂ ਵੀ ਉਹਦੀ ਮੌਜ ਹੋਵੇਗੀ। ਜੇ ਯਾਤਰਾ ਪੂਰੀ ਹੁੰਦੀ ਹੋਵੇਗੀ ਤਾਂ ਵੀ ਉਹਦੀ ਮੌਜ। ਉਹਦੀ ਮੌਜ ਦੇ ਵਿੱਚ ਮੌਜ ਹੈ। ਇਹ ਮੌਜ ਜਿਹੜੀ ਹੈ ਨਾ, ਉਹਦੀ ਮੌਜ ਦੇ ਵਿੱਚ ਹੀ ਮੌਜ ਹੈ। ਤੇ ਸਰੀਰ ਦੇ ਤਲ ਤੇ ਕੋਈ ਮੌਜ ਨਹੀਂ ਹੈ। ਸਰੀਰ ਦੇ ਤਲ ਤੇ ਬਹੁਤ ਉਲਝਣਾ ਹਨ। ਖਾਣਾ ਪੈਂਦਾ ਹੈ, ਭੋਜਨ ਦੇਣਾ ਪੈਂਦਾ, ਇਹਨੂੰ ਕਿੰਨਾ ਕੁਛ ਕਰਨਾ ਪੈਂਦਾ। ਤਦੇ ਕਬੀਰ ਜੀ ਕਹਿੰਦੇ ਸਨ ਨਾ, ਬਾਬਾ ਅਬ ਨਾ ਵਸੋ ਇਹ ਗਾਓ, ਘੜੀ ਘੜੀ ਕਾ ਲੇਖਾ ਮੰਗੇ ਕਾਇਤ ਚੇਤੋ ਨਾ। ਕਹਿੰਦਾ ਹੁਣ ਕਾਹਨੂੰ ਸਰੀਰ ਦੇ ਵਿੱਚ ਕੀ ਕਰਨ ਨੂੰ ਵਸਣਾ, ਬਥੇਰਾ ਵਸ ਲੈ। ਘੜੀ ਘੜੀ ਦਾ ਲੇਖਾ, ਕਦੀ ਇਹਨੂੰ ਕੁਛ ਦਿਓ, ਕਦੀ ਇਹਨੂੰ ਕੁਛ ਦਿਓ, ਕਦੀ ਇਹਨੂੰ ਕੁਛ ਕਰੋ। ਕਿੰਨਾ ਕੁਛ ਕਰਨਾ ਪੈਂਦਾ। ਇਸ ਤੋਂ ਬਿਨਾਂ ਨਿਸ਼ਚਿੰਤ, ਉਹਦੇ ਵਿੱਚ ਅਭੇਦ, ਕੋਈ ਚਿੰਤਾ ਨਹੀਂ। ਨਾ ਸਰੀਰ ਹੈ, ਨਾ ਕੋਈ ਚਿੰਤਾ ਹੈ। ਨਿਸ਼ਚਿੰਤ ਪਰਮਾਤਮਾ ਦੇ ਪਿਆਰ ਦੇ ਵਿੱਚ। ਇਸ ਕਰਕੇ ਕਬੀਰ ਜੀ ਕਹਿੰਦੇ ਵੀ ਹਨ ਨਾ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ। ਮਰਨੇ ਤੇ ਹੀ ਪਾਈਏ ਪੂਰਨ ਪਰਮਾਨੰਦ। ਉਹਦਾ ਭਾਵ ਇਹੋ ਹੀ ਹੈ ਕਿ ਸਰੀਰ ਤੋਂ ਬਾਅਦ ਫਿਰ ਪੂਰਨ ਪਰਮਾਨੰਦ ਹੋ ਜਾਂਦਾ ਹੈ, ਕਿਉਂਕਿ ਫਿਰ ਸਰੀਰ ਦਾ ਬੰਧਨ ਵੀ ਨਹੀਂ ਰਹਿ ਜਾਂਦਾ, ਸਰੀਰ ਦੀ ਦੇਖ ਰੇਖ ਵੀ ਨਹੀਂ ਰਹਿ ਜਾਂਦੀ। ਸਰੀਰ ਹੀ ਨਹੀਂ ਰਿਹਾ, ਫਿਰ ਬੰਧਨ ਮੁਕਤ ਹੋ ਗਿਆ।
ਉਸ ਵਿਰਾਟ ਦੇ ਵਿੱਚ ਲੀਨ ਹੋ ਗਏ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਫਿਰ ਉਦੋਂ ਸੰਪੂਰਨ ਉਹਦੇ ਵਿੱਚ